सरकार मुर्दाबाद मुर्दाबाद कांग्रेस सरकार मुर्दाबाद मुर्दाबाद सरकार ਧੱਕੇਸ਼ਾਹੀ नहीं चलेगी ਕੈਪਟਨ ਸੰਦੀਪ ਸੰਧੂ ਮੁਰਦਾਬਾਦ ਸੰਦੀਪ ਸੰਧੂ ਮੁਰਦਾਬਾਦ ਭਾਈ ਇੰਨੇ ਬੰਦੇ ਖੜੇ ਕੈਪਟਨ ਸੰਦੀਪ ਸੰਧੂ संदीप संधू मुर्दाबाद संदीप संधू मुर्दाबाद संदीप संधू मुर्दाबाद ਅੱਜ ਸਰਕਾਰ ਇੱਕ ਮਿੰਟ ਜੀ ਅੱਜ ਇੱਥੇ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਸਾਡੇ ਜਿਹੜੇ ਇੱਥੋਂ ਹਲਕੇ ਦੇ ਇੰਚਾਰਜ ਨੇ ਕੈਪਟਨ ਸੰਦੀਪ ਐਸਡੀ ਨੇ ਉਹਨਾਂ ਦਾ ਇੱਕ ਹੋਰ ਕਾਰਨਾਮਾ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਮੈਨੂੰ ਲੈਟਰ ਦਿਓ ਚਿੱਠੀ ਦਿਓ ਭਾਈ ਜੀ ਆ ਲੈਟਰ ਦਿਓ ਕਿ ਅੱਜ ਇਹਨਾਂ ਵੱਲੋਂ ਇੱਕ ਹੋਰ ਕਾਰਨਾਮਾ ਜਿਹੜਾ ਕੀਤਾ ਗਿਆ ਕੁਝ ਦਿਨ ਪਹਿਲਾਂ ਵੀ ਅਸੀਂ ਲਾਈਵ ਕੀਤਾ ਸੀ ਉਹਦਾ ਜਵਾਬ ਨਹੀਂ ਆਇਆ ਉਹਦੇ ਬਾਰੇ ਮੈਂ ਬਾਅਦ 'ਚ ਗੱਲ ਕਰੂੰਗਾ ਅੱਜ ਇੱਕ ਹੋਰ ਕਾਰਨਾਮਾ ਇਹਨਾਂ ਨੇ ਕੀਤਾ ਕਿ ਸਾਡੇ ਹਲਕੇ ਦੀ ਇੱਕ ਦਲਿਤ ਸਮਾਜ ਭਲਾਈ ਸੰਸਥਾ ਡਾਕਟਰ BR ਅੰਬੇਦਕਰ ਮਿਸ਼ਨ ਵੈਲਫੇਅਰ ਸੁਸਾਇਟੀ ਜਿਹੜੀ ਪਿਛਲੇ 20 ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਦਲਿਤ ਭਾਈਚਾਰੇ ਲਈ ਦਲਿਤ ਭਾਈਚਾਰੇ ਦੇ ਗਰੀਬ ਬੱਚਿਆਂ ਦੇ ਲਈ ਗਰੀਬ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨਹੀਂ ਹੈਗੇ ਜਿਨ੍ਹਾਂ ਨੂੰ ਕੋਈ ਵੀ ਲੋੜ ਹੈਗੀ ਆ ਉਹਨਾਂ ਦੀ ਇਹ ਮਦਦ ਕਰ ਰਹੀ ਹੈ ਸੰਸਥਾ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਉਹਦੇ ਚੋਂ ਪੈਸੇ ਰੱਖ ਕੇ ਸੰਸਥਾ 20 ਸਾਲਾਂ ਤੋਂ ਗਰੀਬ ਦਲਿਤ ਬੱਚਿਆਂ ਨੂੰ ਪੜ੍ਹਾ ਰਹੀ ਆ ਸੋ ਇਹ ਸੰਸਥਾ ਦੇ ਨਾਲ ਹੋ ਰਹੀ ਆ ਉਹਦੇ ਸੰਬੰਧ ਦੇ ਵਿੱਚ ਮੈਂ ਅੱਜ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਕੈਪਟਨ ਸੰਦੀਪ ਸੰਧੂ ਦੇ ਪਹਿਲਾਂ ਤਾਂ ਜਿਹੜਾ SHO ਪ੍ਰੇਮ ਸਿੰਘ ਉਹਨਾਂ ਨੇ ਸੰਸਥਾ ਨੂੰ ਸੱਦ ਕੇ ਧਮਕੀਆਂ ਦਿੱਤੀਆਂ ਕਿ ਇਹ ਕਾਂਗਰਸ 'ਚ ਸ਼ਾਮਲ ਹੋ ਜਾਣ ਮਕਸਦ ਕੀ ਸੀ ਤੇ ਨਹੀਂ ਤੁਹਾਡੇ ਤੇ ਪਰਚਾ ਦਰਜ ਕਰਾਂਗੇ ਤੇ ਇਸ ਤੋਂ ਬਾਅਦ ਇੱਕ ਵਿਜੀਲੈਂਸ ਇਨਕੁਆਇਰੀ ਲਾ ਦਿੱਤੀ ਗਈ ਆਹ ਦੇਖੋ ਵਿਜੀਲੈਂਸ ਦੀ ਚਿੱਠੀ ਆ ਇਸ ਸੰਸਥਾ ਦੀ ਵਿਜੀਲੈਂਸ ਇਨਕੁਆਇਰੀ ਲਾ ਦਿੱਤੀ ਗਈ 3.5 ਸਾਲਾਂ ਦੇ ਵਿੱਚ ਇਸ ਕਾਂਗਰਸ ਸਰਕਾਰ ਨੇ 1 ਰੁਪਏ ਦੀ ਕੋਈ ਮਦਦ ਕੋਈ ਗ੍ਰਾਂਟ ਇਸ ਸੰਸਥਾ ਨੂੰ ਨਹੀਂ ਦਿੱਤਾ ਕੀ ਆ ਵਿਜੀਲੈਂਸ ਇਨਕੁਆਇਰੀ ਇਹਨਾਂ ਮਗਰ ਪੁਲਿਸ ਲਾ ਦਿੱਤੀ ਗਈ ਪੁਲਿਸ ਵਧੀਕੀਆਂ ਵੀ ਡਰਾ ਕੇ ਧਮਕਾ ਕੇ ਇਹਨਾਂ ਨੂੰ ਜਾਂ ਕਾਂਗਰਸ ਸ਼ਾਮਲ ਕੀਤਾ ਜਾਵੇ ਜਾਂ ਸੰਸਥਾ ਨੂੰ ਬੰਦ ਕੀਤਾ ਜਾਵੇ ਜਿਹੜੇ ਚੰਗੇ ਕੰਮ ਭਲਾਈ ਦੇ ਕਰ ਰਹੀ ਆ ਮੈਂ ਥੋੜਾ ਜਿਹਾ ਪਿਛੋਕੜ ਦੱਸ ਦਿੰਦਾ ਸੰਸਥਾ ਦਾ 20 ਸਾਲ ਪਹਿਲਾਂ ਸਾਡੇ ਇਲਾਕੇ ਦੇ ਕੁਝ ਪੜ੍ਹੇ ਲਿਖੇ SC ਪਰਿਵਾਰਾਂ ਨਾਲ ਸੰਬੰਧਿਤ ਕੋਈ ਟੀਚਰ ਰਿਟਾਇਰ ਜਾਂ ਹੋਰ ਕਿਸੇ ਮਹਿਕਮੇ 'ਚ ਰਿਟਾਇਰ ਸਾਡੇ ਕੁਝ ਬੰਦਿਆਂ ਨੇ ਇਕੱਠੇ ਹੋ ਕੇ ਮਾਸਟਰ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਸੰਸਥਾ ਬਣਾਈ ਡਾਕਟਰ BR ਅੰਬੇਦਕਰ ਮਿਸ਼ਨ ਵੈਲਫੇਅਰ ਸੁਸਾਇਟੀ ਤੇ ਮਿਸ਼ਨ ਕੀ ਸੀ ਇਹਨਾਂ ਦਾ ਡਾਕਟਰ BR ਅੰਬੇਦਕਰ ਜੀ ਦੀ ਜੋ ਸੋਚ ਸੀ ਉਹਨੂੰ ਅੱਗੇ ਲੈ ਕੇ ਜਾਣਾ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਇਸ ਇਲਾਕੇ 'ਚ ਦਲਿਤ ਭਾਈਚਾਰੇ ਦੀ ਤਰੱਕੀ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਸੰਸਥਾ ਬਣ ਗਈ ਇਹ ਹਰ ਸਾਲ ਇੱਕ ਸਮਾਗਮ ਕਰਾਉਂਦੇ ਸੀ ਸੈਮੀਨਾਰ ਕਰਾਉਂਦੇ ਸੀ ਅਤੇ ਸਾਰੀਆਂ ਪਾਰਟੀਆਂ ਨੂੰ ਬੁਲਾਉਂਦੇ ਸੀ ਕਿ ਸਾਨੂੰ ਇੱਕ ਮੁੱਲਾਪੁਰ ਦੇ ਵਿੱਚ ਜਗ੍ਹਾ ਚਾਹੀਦੀ ਹੈ ਇੱਕ ਦਫ਼ਤਰ ਲਈ ਜਗ੍ਹਾ ਚਾਹੀਦੀ ਆ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਇਸ ਇਲਾਕੇ 'ਚ ਮੇਰੀ ਸੇਵਾ ਦੀ ਡਿਊਟੀ ਲੱਗੀ ਮੈਂ 8 ਦੇ ਵਿੱਚ ਚੇਅਰਮੈਨ ਬਣਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦਾ ਉਸ ਸਮੇਂ ਮੈਂ ਸੰਸਥਾ ਦੇ ਕੰਮ ਤੋਂ ਬੜਾ ਪ੍ਰਭਾਵਿਤ ਸੀ ਤੇ ਮੈਂ ਸੰਸਥਾ ਨੂੰ ਗੱਲ ਕੀਤੀ ਤੇ ਅਸੀਂ ਆ ਜਗ੍ਹਾ ਜਿਹੜੀ ਤਕਰੀਬਨ 1.5 ਏਕੜ ਜਗ੍ਹਾ ਜਿਹਦੀ ਅੱਜ ਕੀਮਤ ਬਾਜ਼ਾਰੀ ਹੋਊਗੀ 15 ਤੋਂ 20 ਕਰੋੜ ਇਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਜਗ੍ਹਾ ਸੀਗੀ ਇਹ ਜਗ੍ਹਾ ਡਾਕਟਰ BR ਅੰਬੇਦਕਰ ਭਵਨ ਬਣਾਉਣ ਦੇ ਲਈ ਦਿੱਤੀ ਗਈ ਜਿੱਥੇ ਭਵਨ ਬਣਿਆ ਅਤੇ ਇੱਥੇ ਦਫ਼ਤਰ ਬਣਿਆ ਇੱਥੇ ਡਾਕਟਰ BR ਅੰਬੇਦਕਰ ਜੀ ਦਾ ਬੁੱਤ ਲੱਗਿਆ ਟਾਇਲਟਸ ਕਿਚਨ ਕੀ ਇੱਥੇ ਕੋਈ ਵੀ ਪ੍ਰੋਗਰਾਮ ਕਿਸੇ ਦਲਿਤ ਸਮਾਜ ਦੀ ਗਰੀਬ ਬੱਚੀ ਦੀ ਸ਼ਾਦੀ ਆ ਉਹ ਹੋ ਸਕੇ ਕੋਈ ਹੋਰ ਦਲਿਤਾਂ ਦੇ ਭਲਾਈ ਦਾ ਕੰਮ ਹੋ ਸਕੇ ਅਤੇ ਸੰਸਥਾ ਜਿਹੜੀ ਸਮੇਂ-ਸਮੇਂ ਤੇ ਕੈਂਪ ਲਾਉਂਦੇ ਆ ਮੈਡੀਕਲ ਕੈਂਪ ਲਾਉਂਦੇ ਇਹੋ ਜਿਹੇ ਕੰਮ ਕਰ ਰਹੇ ਆ ਸੋ ਇਹ ਜਗ੍ਹਾ ਦਿੱਤੀ ਗਈ ਕਰੋੜਾਂ ਰੁਪਏ ਦੀ 1 ਕਰੋੜ ਦੀ ਤਕਰੀਬਨ ਗ੍ਰਾਂਟ ਨਗਰ ਕੌਂਸਲ ਦੇ ਅੰਦਰ ਪੈਂਦੀ ਸੀ ਉਹਨਾਂ ਨੂੰ ਅਸੀਂ ਗ੍ਰਾਂਟ ਦਿੱਤੀ ਜਿਹਦੇ ਨਾਲ ਇਹ ਬਿਲਡਿੰਗ ਤੇ ਸਾਰੀ ਇਹ ਬਣੀ ਉਸ ਤੋਂ ਬਾਅਦ 10 ਲੱਖ ਰੁਪਈਆ ਮੈਂ ਆਪਣੇ ਕੋਲੋਂ ਇਹਨਾਂ ਨੂੰ 2010-11 ਦੇ ਵਿੱਚ ਦਿੱਤਾ ਕਿ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਲਈ ਕੰਮਾਂ ਲਈ ਕੰਮ ਜੋ ਵੀ ਜਿੱਥੇ ਮਰਜ਼ੀ ਵਰਤ ਲਓ 3.5 ਸਾਲ ਹੋ ਗਏ ਸਰਕਾਰ ਬਦਲੀ ਨੂੰ ਮੈਂ ਸੰਸਥਾ ਨੂੰ ਕਿਹਾ ਵੀ ਤੁਸੀਂ ਕੋਈ ਵੀ ਪ੍ਰੋਗਰਾਮ ਹੁੰਦਾ ਤੁਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਬੁਲਾਇਆ ਕਰੋ ਚਾਹੇ MP ਸਾਹਿਬ ਨੇ ਚਾਹੇ ਇੱਥੇ ਕੋਈ ਇੰਚਾਰਜ ਆ ਤੇ ਬੁਲਾ ਕੇ ਤੁਸੀਂ ਮਦਦ ਲਓ ਕਿ ਆਪਾਂ ਇਹ ਸੰਸਥਾ ਨੂੰ ਹੋਰ ਅੱਗੇ ਲੈ ਕੇ ਚੱਲੀਏ ਵੀ ਸਾਡਾ ਕੋਈ ਪੋਲੀਟੀਕਲ ਮਕਸਦ ਨਹੀਂ ਸਾਡਾ ਲੋਕ ਭਲਾਈ ਦਾ ਮਕਸਦ ਆ ਦਲਿਤ ਸਮਾਜ ਸੇਵਾ ਦਲਿਤ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਦੀ ਸੇਵਾ ਕਰਨਾ ਸਾਡਾ ਮਕਸਦ ਸੀ ਇਹ ਸੰਸਥਾ ਦਾ ਤੇ ਲੇਕਿਨ ਇੱਥੇ ਅੱਜ 3.5 ਸਾਲਾਂ 'ਚ ਜੇ 1 ਰੁਪਈਆ ਕਾਂਗਰਸ ਦੀ ਕਿਸੇ ਨੁਮਾਇੰਦੇ ਨੇ ਕਿਸੇ ਹਲਕਾ ਇੰਚਾਰਜ ਨੇ ਦਿੱਤਾ ਹੋਵੇ ਤਾਂ ਦੱਸ ਸਕਦੇ ਆ ਦੱਸੋ ਜੀ ਪਤਾ ਨਹੀਂ ਆਇਆ ਕੋਈ ਰੁਪਈਆ ਨਹੀਂ 1 ਰੁਪਈਆ ਵੀ ਨਹੀਂ ਆਇਆ ਸਾਨੂੰ ਲੋੜ ਸੀ ਰੰਗ ਕਰਾਉਣਾ ਸੀ ਸਾਰੇ ਨੂੰ
ਇਹਨਾਂ ਨੇ ਮੈਨੂੰ ਗੱਲ ਕੀਤੀ, ਮੈਂ ਆਪਣੇ ਕੋਲੋਂ ਜਿੰਨੀ ਮਦਦ ਦਿੱਤੀ, ਬਾਕੀ ਇਹਨਾਂ ਨੇ ਇਕੱਠੇ ਕਰਕੇ ਸਾਰਾ ਰੰਗ ਕਰਾਇਆ। 3 ਲੱਖ ਰੁਪਇਆ ਲੱਗਿਆ, ਸਰਕਾਰ ਦਾ ਕੋਈ ਯੋਗਦਾਨ ਨਹੀਂ। ਜਦੋਂ ਸ਼ਾਦੀ ਹੁੰਦੀ ਸੀ ਗਰੀਬ ਪਰਿਵਾਰ ਦੀ, ਕਿਸੇ ਬੇਟੀ ਦੀ ਕੁਰਸੀਆਂ ਚਾਹੀਦੀਆਂ ਸੀ, ਉਹ ਅਸੀਂ ਆਪ ਪੈਸੇ ਇਕੱਠੇ ਕਰਕੇ ਕੁਰਸੀਆਂ ਲੈ ਕੇ ਆਏ। ਸਾਊਂਡ ਸਿਸਟਮ ਚਾਹੀਦਾ ਸੀ, ਅਸੀਂ ਪੈਸੇ ਇਕੱਠੇ ਕਰਕੇ ਸਾਊਂਡ ਸਿਸਟਮ ਲੈ ਕੇ ਆਂਦਾ। ਕਰੋਕਰੀ ਚਾਹੀਦੀ ਸੀ, ਪੈਸੇ ਇਕੱਠੇ ਕਰਕੇ ਅਸੀਂ ਕਰੋਕਰੀ ਲੈ ਕੇ ਆਂਦੀ। 1 ਰੁਪਈਏ ਦਾ ਵੀ ਰੋਲ ਨਹੀਂ, ਬਾਹਰ ਟੈਂਟ ਲਾਉਣ ਲਈ ਉਹ ਲਿਆਂਦਾ ਗਿਆ। ਸੋ ਦਿੱਤਾ ਕੀ ਅੱਜ ਇਹ ਸੰਧੂ ਸਾਹਿਬ ਨੇ ਆ ਇੱਕ ਇਨਕੁਆਰੀ ਮੈਂ ਪਤਾ ਕਰਾਇਆ ਕਿ ਇਹਨਾਂ ਦੀ ਆਪਦੇ ਦਸਤਖਤਾਂ ਹੇਠ ਇਨਕੁਆਰੀ ਮਾਰਕ ਹੋਈ ਆ ਕਿ ਇਹ ਸੰਸਥਾ ਦੀ ਇੱਕ ਵਿਜੀਲੈਂਸ ਇਨਕੁਆਰੀ ਮਾਰਕ ਕਰ ਦਿੱਤੀ ਗਈ। ਮੇਰਾ ਖਿਆਲ ਇਦੋਂ ਕੋਈ ਸ਼ਰਮ ਦੀ ਗੱਲ, ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਕਿ ਅਜਿਹੀਆਂ ਸੰਸਥਾਵਾਂ ਜਿਨ੍ਹਾਂ ਨੂੰ ਸਰਕਾਰਾਂ ਦੀ ਮਦਦ ਦੀ ਲੋੜ ਆ, ਜਿਹੜੀ ਇੱਕ ਰੋਲ ਮਾਡਲ ਨੇ, ਇਕੱਲੇ ਸਾਡੇ ਇਸ ਇਲਾਕੇ ਦੇ ਲਈ, ਸਾਡੇ ਲੁਧਿਆਣੇ ਲਈ, ਪੂਰੇ ਪੰਜਾਬ ਦੇ ਲਈ ਰੋਲ ਮਾਡਲ ਆ ਸੰਸਥਾ, ਤੇ ਇਹਨਾਂ ਦੀ ਤੁਸੀਂ ਵਿਜੀਲੈਂਸ ਇਨਕੁਆਰੀਆਂ ਲਾ ਕੇ ਤੁਸੀਂ ਕਹਿੰਦੇ ਹੋ ਤੁਸੀਂ ਦਲਿਤ ਸਮਾਜ ਦੀਆਂ ਵੋਟਾਂ ਲੈ ਲਓਗੇ। ਮੈਂ ਪਰਸੋਂ ਵੀ ਪ੍ਰੈਸ ਕਾਨਫਰੰਸ ਕਰਕੇ ਲਾਈਵ ਕਰਕੇ ਕੁਝ ਜਿਹੜੀਆਂ ਝੂਠੇ ਪਰਚੀਆਂ ਦੇ ਦੋਸ਼ ਲਈ ਜਵਾਬ ਨਹੀਂ ਮਿਲਿਆ, ਪਰ ਸੰਧੂ ਸਾਹਿਬ ਦੇ ਪੇਜ ਤੋਂ ਕੁਝ ਬੰਦੇ ਇਹਨਾਂ ਦੇ ਕਾਂਗਰਸੀ ਬੋਲ ਰਹੇ ਸੀ, ਕਹਿੰਦੇ ਇਹਨਾਂ ਨੇ ਗਰੀਬ ਲੋਕਾਂ ਦੀਆਂ ਪੈਸੇ ਦੇ ਕੇ ਵੋਟਾਂ ਲੈ ਲਈਆਂ। ਇਹ ਭੁਲੇਖੇ 'ਚ ਨੇ ਕਿ ਗਰੀਬ ਲੋਕ, ਦਲਿਤ ਲੋਕ ਬਕਾਊ ਨਹੀਂ ਹੈਗੇ, ਉਹ ਆਪਦੀ ਜ਼ਮੀਰ ਨਾਲ ਵੋਟ ਪਾਉਂਦੇ ਨੇ। ਤੁਸੀਂ ਕੀਤਾ ਕੀ ਹੈ ਦਲਿਤ ਸਮਾਜ ਦੇ ਲਈ? ਜੇ ਅਸੀਂ ਇੱਥੇ ਕੰਮ ਕਰ ਰਹੇ ਹਾਂ, ਸਾਡੀ ਇੱਕ ਸੰਸਥਾ ਕੰਮ ਕਰ ਰਹੀ ਹੈ, ਇਹ ਅਦਾਰੇ ਬਣਾਏ ਨੇ, ਮੇਰੇ ਨਾਲ 10 ਸਾਲ ਮਨਰੇਗਾ 'ਚ ਬੀਬੀਆਂ ਨੇ, ਅਸੀਂ ਗਰਾਊਂਡਾਂ 'ਚ ਕੰਮ ਕੀਤਾ, ਉਹ ਪਿਆਰ ਸੀਗਾ ਜਿਹਦੇ ਕਰਕੇ ਉਹਨਾਂ ਨੇ ਵੋਟਾਂ ਪਾਈਆਂ। ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਵਿਰੋਧੀਆਂ ਨੂੰ ਕਿ ਤੁਸੀਂ ਕੋਈ ਜਰਨਲ ਬੂਥ ਵੀ ਜਿੱਤੇ ਹੋ ਹਲਕੇ ਦੇ ਵਿੱਚ? ਨਾ ਤੁਸੀਂ ਕੋਈ ਐਸਸੀ ਬੂਥ ਜਿੱਤੇ ਹੋ, ਨਾ ਕੋਈ ਸਾਂਝਾ ਬੂਥ ਜਿੱਤੇ ਹੋ, ਨਾ ਕੋਈ ਜਰਨਲ ਬੂਥ ਜਿੱਤੇ ਹੋ। ਇਹ ਵੋਟਾਂ ਪਿਆਰ ਨਾਲ ਪੈਂਦੀਆਂ ਨੇ, ਕੰਮਾਂ ਨਾਲ ਪੈਂਦੀਆਂ ਨੇ, ਧੱਕੇਸ਼ਾਹੀ ਦੇ ਨਾਲ ਵੋਟਾਂ ਨਹੀਂ ਪੈਂਦੀਆਂ। ਸੋ ਇਹ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ। ਇੱਕ ਕਹਿੰਦੇ ਸੀ ਕਬਜ਼ੇ ਕਰਵਾਤੇ, ਕਹਿੰਦੇ ਜ਼ਮੀਨਾਂ ਤੇ, ਕੋਈ ਸਾਬਤ ਕਰ ਦੇਣ। ਜਦੋਂ ਤੁਸੀਂ ਸਰਕਾਰ 'ਚੋਂ ਦੋਸ਼ ਨਹੀਂ ਲਾ ਸਕਦੇ, ਤੁਹਾਡੇ ਕੋਲੇ ਪੁਲਿਸ, ਤੁਸੀਂ 10 ਸਾਲ ਦੇ ਵਿੱਚ ਸਾਡੀ ਕਿਤੇ ਕੋਈ ਅਸੀਂ 1 ਰੁਪਈਏ ਦਾ ਫਾਇਦਾ ਲਿਆ ਹੋਵੇ ਸਰਕਾਰ ਤੋਂ, ਸਿੱਧੇ ਢੰਗ ਨਾਲ ਹੋ ਕੇ ਕਾਰਵਾਈ ਕਰੋ, ਸਾਡੇ ਤੇ ਸਬੂਤ ਲੋਕਾਂ ਦੇ ਸਾਹਮਣੇ ਪੇਸ਼ ਕਰੋ। ਅਸੀਂ ਸਰਕਾਰ ਦੇ ਵਿਰੁੱਧ ਚੋਣ ਲੜੀ ਸੀਗੀ ਅਤੇ ਲੋਕਾਂ ਨੇ ਫਤਵਾ ਦਿੱਤਾ, ਕੋਈ ਛੋਟੀ ਗੱਲ ਨਹੀਂ। ਤੁਹਾਡੀ ਸਾਰੀ ਮਸ਼ੀਨਰੀ ਦੇ ਖਿਲਾਫ ਲੜੇ ਆ ਅਸੀਂ, ਤੇ ਉਦੋਂ ਵੀ ਅਸੀਂ ਕਿਹਾ ਸੀ ਵੀ ਸਾਬਤ ਕਰੋ ਵੀ 1 ਰੁਪਈਏ ਦਾ ਅਸੀਂ ਕਦੇ ਕੋਈ ਸਰਕਾਰ ਦੇ ਵਿੱਚ ਕੋਈ ਫਾਇਦਾ ਲਿਆ ਹੋਵੇ, ਲੇਕਿਨ ਨਾ ਸਾਬਤ ਹੋ ਨਾ ਕਰ ਸਕਦੇ ਨੇ। ਫਿਰ ਇਹ ਕਹਿੰਦੇ ਝੂਠੇ ਪਰਚੇ ਦਰਜ ਕਰਾਏ। ਦੇਖੋ ਕਾਂਗਰਸ ਸਰਕਾਰ ਬਣੀ, ਜਸਟਿਸ ਮਹਿਤਾਬ ਸਿੰਘ ਕਮਿਸ਼ਨ ਬਣਿਆ, 5 ਰਿਪੋਰਟਾਂ ਆ ਗਈਆਂ ਉਹਦੀਆਂ ਮੇਰੇ ਖਿਆਲ 'ਚ। ਇੱਕ ਵੀ ਪਰਚਾ ਹਲਕੇ ਦਾਖੇ ਦਾ ਆਇਆ ਹੋਵੇ ਵੀ ਆ ਝੂਠਾ ਦਰਜ ਹੋਇਆ ਸੀਗਾ, ਸਾਬਤ ਕਰ ਦੇਣ। ਸੋ ਗੱਲ ਕੀ ਕਿ ਜਿਹੜੀ ਗੱਲ ਅਸੀਂ ਕਹਿੰਦੇ ਆ ਉਹ ਤੋਂ ਘੁਮਾ ਕੇ ਹੋਰ ਪਾਸੇ ਲੈ ਕੇ ਜਾਣ ਦੀ ਗੱਲ ਕਰਦੇ ਆ। ਸੋ ਅੱਜ ਜਿਹੜਾ ਦਲਿਤ ਭਾਈਚਾਰਾ ਉਹਦੇ 'ਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹਲਕੇ ਦਾਖੇ ਦੇ ਵਿੱਚ। ਹਾਲਾਂਕਿ ਆ ਬਿਮਾਰੀ ਚੱਲ ਰਹੀ ਆ, ਪਰ ਆਪ ਮੁਹਾਰੇ ਤੇ ਸਾਰੇ ਬੰਦੇ ਇਕੱਠੇ ਹੋਏ ਨੇ। ਇਸ ਢੰਗ ਦੇ ਨਾਲ ਇਹ ਭੁਲੇਖੇ 'ਚ ਨਾ ਰਹਿਣ ਕਿ ਇਹ ਦਲਿਤ ਸਮਾਜ ਦੀਆਂ ਵੋਟਾਂ ਇਸ ਢੰਗ ਨਾਲ ਲੈ ਸਕਦੇ ਨੇ। ਪੁਲਿਸ ਰਾਹੀਂ ਧੱਕੇ ਕਰਕੇ, ਵਿਜੀਲੈਂਸ ਰਾਹੀਂ ਲੋਕਾਂ ਨੂੰ ਡਰਾ ਧਮਕਾ ਕੇ ਇਹ ਵੋਟਾਂ ਨਹੀਂ ਲੈ ਸਕਦੇ। ਆ ਸਾਡੇ ਹਰਦਿਆਲ ਸਿੰਘ ਚੋਪੜਾ ਜੀ ਸੰਸਥਾ ਦੇ ਪ੍ਰਧਾਨ ਨੇ, ਇਹ ਤੁਹਾਡੇ ਨਾਲ ਥੋੜੀ ਜਾਣਕਾਰੀ ਹੈ ਸੰਸਥਾ ਬਾਰੇ ਵੀ ਤੁਸੀਂ ਦੱਸੋ ਜੀ, ਕੀ ਕਰ ਰਹੀ ਸੰਸਥਾ ਦਾ ਕੰਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੇਰੇ ਸਾਡੇ ਸਮਾਜ ਦੇ ਲਈ ਆਇਆ ਇਹ ਭਵਨ ਦੇ ਵਿੱਚ ਮੈਂ ਸਾਰਿਆਂ ਦਾ ਜੀ ਆਇਆਂ ਕਰਦਾ। ਥੱਲੇ ਕਰ ਲਿਓ, ਆ ਲਾ ਦਿਓ ਕੋਈ ਨਹੀਂ, ਥੋੜਾ ਨਾ ਆਵਾਜ਼ ਘਟੋ। BR ਅੰਬੇਦਕਰ ਸੁਸਾਇਟੀ ਜਿਹੜੀ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਹੋਂਦ ਦੇ ਵਿੱਚ ਆਈ ਸੀ। ਸਾਡੇ ਜਿਹੜੇ ਸੁਸਾਇਟੀ ਦੇ ਫਾਊਂਡਰ ਮੈਂਬਰ ਸੀ, ਉਹਨਾਂ ਦੀ ਮਨਸ਼ਾ ਸੀ ਡਾਕਟਰ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਨੂੰ ਸਮਾਜ ਦੇ ਵਿੱਚ ਜਾ ਕੇ ਅਸੀਂ ਲੈ ਕੇ ਜਾਈਏ। ਮੇਨ ਅਸੀਂ ਪ੍ਰਯੋਗ ਕੀਤੀ, ਡਾਕਟਰ ਸਾਹਿਬ ਦਾ ਨਾਰਾ ਸੀ ਪੜ੍ਹੋ ਜੁੜੋ ਤੇ ਸੰਘਰਸ਼ ਕਰੋ। ਅਸੀਂ ਪੜ੍ਹੋ ਨੂੰ ਪ੍ਰਯੋਗ ਕੀਤੀ ਵੀ ਜਿਹੜੇ ਸਾਡੇ ਦਲਿਤ ਸਮਾਜ ਦੇ ਬੱਚੇ, ਗਰੀਬ ਬੱਚੇ ਪਿੰਡਾਂ 'ਚ ਪੜ੍ਹਦੇ ਆ, ਅਸੀਂ ਉਹਨਾਂ ਦੀ ਆਰਥਿਕ ਤੌਰ 'ਤੇ ਮਦਦ ਕਰੀਏ। ਅਸੀਂ ਸਮਾਜ ਦੇ ਵਿੱਚ ਗਏ, ਦੂਜੀ ਸਾਨੂੰ ਲੋੜ ਪੈਦਾ ਹੋਈ ਵੀ ਸਾਡਾ ਇੱਥੇ ਮੁੱਲਾਪੁਰ ਦੇ ਵਿੱਚ ਅਦਾਰਾ ਇੱਕ ਚਾਹੀਦਾ, ਕਿਉਂਕਿ ਇਹ ਇੱਕ ਗੈਰ ਰਾਜਨੀਤਿਕ ਸੰਸਥਾ ਹੈ। ਸਾਡੇ ਸਾਰੇ ਜਿੰਨੀਆਂ ਰਾਜਨੀਤਿਕ ਪਾਰਟੀਆਂ ਉਹ ਸਾਡੇ ਮੰਚ ਦੇ ਉੱਪਰ ਆਉਂਦੇ ਰਹੇ। ਅਸੀਂ ਬੇਨਤੀ ਕਰਦੇ ਰਹੇ ਸਾਨੂੰ ਮੁੱਲਾਪੁਰ ਦੇ ਵਿੱਚ ਕੋਈ 2-4 ਕਸਬੇ ਜਗ੍ਹਾ ਮਿਲ ਜਾਵੇ। ਪਿਆਲੀ ਸਾਹਿਬ ਨਾਲ ਸਾਡਾ ਮੇਲ ਹੋਇਆ ਤਕਰੀਬਨ 10-15 ਸਾਲ ਤੋਂ। ਇਹਨਾਂ ਦੀ ਅਣਥਕ ਮਿਹਨਤ ਸਦਕਾ ਇਹਨੇ ਸਵੇਰ ਦੇ ਯਤਨ ਕੀਤੇ। 2010 ਦੇ ਵਿੱਚ ਇਹਨਾਂ ਨੇ, ਅੱਜ ਤੇ ਅਸੀਂ ਬਰਾਜਮਾਨ ਖੜੇ ਹਾਂ, ਇਹ ਤਕਰੀਬਨ ਪੌਣਾ ਏਕੜ ਦੇ ਕਰੀਬ ਜ਼ਮੀਨ ਹੈ। 1 ਕਰੋੜ ਤੋਂ ਵੱਧ ਦਾ ਭਵਨ ਬਣਿਆ ਹੋਇਆ ਹੈ। 1 ਕਰੋੜ ਤੋਂ ਵੱਧ ਦਾ ਭਵਨ ਹੈਗਾ। ਤੇ ਇਹ ਜਿਹੜੀ ਸਾਰੀ ਦੇਣ ਹੈ ਉਸ ਸਮੇਂ ਸਾਡੇ ਆਲੀ ਸਾਹਿਬ ਦੀ ਦੇਣ ਹੈਗੀ। ਉਸ ਤੋਂ ਬਾਅਦ ਜੇ ਭਵਨ ਬਣ ਗਿਆ, ਅਸੀਂ ਫਿਰ ਵੀ ਪ੍ਰੋਗਰਾਮ ਕਰਦੇ ਹਾਂ, ਕਿਉਂਕਿ ਸਾਡੇ ਬੱਚੇ ਓਪਟ ਕੀਤੇ ਜੇ ਸਮਾਜ ਦੇ ਵਿੱਚ ਜਾਣੇ ਹੈਗਾ। ਸਾਨੂੰ ਬਾਹਰੋਂ ਵੀ ਪੈਸਾ ਆਉਂਦਾ ਸੀਗਾ, ਕੋਈ ਸਾਡੇ NRI ਵੀਰ ਆ ਸਾਨੂੰ ਪੈਸਾ ਭੇਜਦੇ ਸੀਗੇ। ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ। ਅਸੀਂ ਬੱਚੇ ਸੀ ਜਿਹੜੇ ਬਿਨਾਂ ਕਿਸੇ ਜਾਤੀ ਭੇਦਭਾਵ ਤੋਂ ਸਕੂਲਾਂ ਤੋਂ ਲਿਸਟਾਂ ਲੈ ਕੇ ਅਸੀਂ ਬਾਹਰ ਭੇਜਦੇ ਸੀ। ਡਾਇਰੈਕਟ ਪੈਸਾ ਉਹ ਸਾਨੂੰ, ਅਸੀਂ ਬੱਚਿਆਂ ਨੂੰ ਮੰਗਾ ਕੇ ਬਣਦੇ ਰਹੇ।
ਅੱਜ ਤੱਕ ਘੱਟ ਤੋਂ ਘੱਟ ਦੀ ਆਮਦਨੀ ਸਾਡੇ ਰਿਕਾਰਡ ਦੇ ਵਿੱਚ 20 ਲੱਖ ਤੋਂ ਜ਼ਿਆਦਾ ਪੈਸਾ ਅਸੀਂ ਉਹਨਾਂ ਗਰੀਬ ਬੱਚਿਆਂ ਨੂੰ ਵੰਡ ਚੁੱਕੇ ਹਾਂ, ਜਿਹੜੇ ਬਿਲਕੁਲ ਅਨਾਥ ਬੱਚੇ ਸੀ, ਲੋੜਵੰਦ ਸੀ, ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਬੱਚੇ। ਫਿਰ ਸਾਨੂੰ ਇੱਥੇ ਲੋੜ ਮਹਿਸੂਸ ਹੋਈ ਭਵਨ ਦੇ ਵਿੱਚ, ਕਿਉਂਕਿ ਭਵਨ ਸੀ ਇਕੱਲਾ, ਸਾਨੂੰ ਕਰੋਕ ਦੀ ਲੋੜ ਸੀਗੀ, ਸਾਨੂੰ ਫਰਨੀਚਰ ਦੀ ਲੋੜ ਸੀ, ਇੱਥੇ ਜਨਰੇਟਰ ਦੀ ਲੋੜ ਸੀ, ਸਾਨੂੰ ਸਾਊਂਡ ਸਿਸਟਮ ਦੀ ਲੋੜ ਸੀ। ਐਲੀ ਸਾਹਿਬ ਤਾਂ ਸਾਡੇ ਕਹੇ ਤੋਂ ਬਿਨਾਂ ਹੀ ਕਰਦੇ ਰਹੇ ਗਿਆ। ਜਿੱਥੇ ਇਹਨਾਂ ਨੇ ਭਵਨ ਦੇ ਬਣ ਸਮੇਂ ਆਪਣੇ ਪਰਿਵਾਰਕ ਫੰਡ ਦੇ ਵਿੱਚ 10 ਲੱਖ ਰੁਪਏ ਦਿੱਤਾ, ਜਦੋਂ ਸਾਨੂੰ ਫਰਨੀਚਰ ਦੀ ਲੋੜ ਸੀ ਇਹਨਾਂ ਨੇ ਉਦੋਂ ਸਾਨੂੰ ਫੰਡ ਦਿੱਤਾ, ਸਾਨੂੰ ਸਾਊਂਡ ਸਿਸਟਮ ਦੀ ਲੋੜ ਸੀ ਉਦੋਂ ਸਾਨੂੰ ਲਿਆ ਕੇ ਐਲੀ ਸਾਹਿਬ ਦੇ ਦਿੱਤਾ। ਫਿਰ ਸਾਨੂੰ 8-9 ਸਾਲ ਹੋ ਗਏ ਸੀ ਭਵਨ ਬਣੇ ਨੂੰ, ਅਸੀਂ ਰੰਗ ਕਰਵਾਉਣ ਲੱਗੇ, 3-4 ਲੱਖ ਦਾ ਖਰਚਾ ਸੀ, ਐਲੀ ਸਾਹਿਬ ਖੁਦ ਚੱਲ ਗਏ, ਅਸੀਂ ਬੁਲਾਉਣ ਨਹੀਂ ਸੀਗੇ, ਸਾਨੂੰ 1 ਲੱਖ ਰੁਪਏ ਦਿੱਤਾ। ਅਸੀਂ ਸਾਰੀਆਂ ਪਾਰਟੀਆਂ ਸਤਿਕਾਰ ਕਰਦੇ ਹਾਂ, ਅਸੀਂ ਗੈਰ ਰਾਜਨੀਤਿਕ, ਅਸੀਂ ਰਾਜਨੀਤਿਕ ਨਹੀਂ ਗਏ, ਅਸੀਂ ਹਰੇਕ ਨੂੰ ਬੁਲਾਉਣੇ ਆ। ਇੱਥੇ ਸਾਰੇ ਪੱਤਰਕਾਰ ਵੀਰ ਤੁਸੀਂ ਸਾਰੇ ਖੜੇ ਹੋ, ਇੱਥੇ ਖੂਨਦਾਨ ਕੈਂਪ ਲੱਗਦੇ ਆ, ਸੈਮੀਨਾਰ ਹੁੰਦੇ ਹੈਗੇ ਆ। ਕੋਈ ਕਹਿ ਦੇਵੇ ਸਾਡਾ ਪੈਸਾ ਵੀ ਅਸੀਂ ਕਿਤੇ ਪੈਸਾ ਲਿਆ ਕੇ ਨੋਮੀਨਲ ਅਸੀਂ ਪੈਸਾ ਲੈਂਦੇ ਹਾਂ। ਇੱਥੇ ਵਿਆਹ ਸ਼ਾਦੀ ਹੁੰਦੇ ਆ ਸਾਡੇ, ਘੱਟ ਤੋਂ ਘੱਟ 5 ਲੱਖ ਦਾ ਅਸੀਂ ਫਰਨੀਚਰ ਪ੍ਰੋਵਾਈਡ ਕੀਤਾ ਤੇ 2-2.5 ਲੱਖ ਦਾ ਉਹਦੇ ਵਿੱਚ ਜਨਰੇਟਰ ਆ। ਸਾਡਾ ਜਿਹੜਾ ਸੁਸਾਇਟੀ ਦਾ ਰਿਕਾਰਡ ਹੈ ਉਹ ਪਾਰਦਰਸ਼ੀ ਆ। ਸਾਡੇ ਇੱਥੇ ਚੌਕੀਦਾਰ ਸਾਡਾ ਪੱਕਾ ਰੱਖਿਆ, ਸਫਾਈ ਕਰਨ ਵਾਲਾ ਸਾਡਾ ਰੱਖਿਆ, ਮਾਲੀ ਸਾਡਾ ਰੱਖਿਆ, ਸਾਡਾ ਅਕਾਊਂਟੈਂਟ ਰੱਖਿਆ, ਸਾਡਾ ਸੀਏ ਪਰਮਨੈਂਟ ਸਾਡਾ। 3.5 ਸਾਲਾਂ ਚ ਆਪਾਂ ਨੂੰ ਕੋਈ ਸਰਕਾਰ ਸਾਨੂੰ 3.5 ਸਾਲਾਂ ਦੇ ਵਿੱਚ ਸਾਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ ਜੀ, ਸਹੀ ਮਤਲਬ ਸਾਨੂੰ ਕੋਈ ਪੈਸਾ ਮਿਲਿਆ ਨਹੀਂ। ਬੁਲਾਇਆ ਸੀ ਇਹਨਾਂ ਨੂੰ? ਨਹੀਂ, ਅਸੀਂ ਬਹੁਤ ਬੁਲਾਇਆ ਜੀ। ਅਸੀਂ ਹਰੇਕ ਦਾ ਸਤਿਕਾਰ ਕਰਦੇ ਹਾਂ। ਇੱਥੇ ਬਿੱਟੂ ਜੀ ਵੀ ਆਏ ਹੈਗੇ ਆ, ਉਹਨਾਂ ਨੇ ਵੀ ਸਾਨੂੰ ਅਨਾਉਂਸ ਕਰ ਗਏ 5 ਲੱਖ ਦੀ ਗ੍ਰਾਂਟ, ਫਿਰ ਉਹ ਲੱਗ ਗਏ, ਚੋਣ ਜਾਬਤਾ ਲੱਗ ਗਿਆ, ਉਹ ਸਾਨੂੰ ਨਹੀਂ ਮਿਲਿਆ। ਪਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਵੀ ਬੁਲਾਉਂਦੇ ਰਹੇ ਹਾਂ, ਸਾਨੂੰ ਗੌਰਮੈਂਟ ਦੀ ਤਰਫ ਤੋਂ ਕੋਈ ਮਦਦ ਨਹੀਂ ਮਿਲੀ। ਆਹ ਜਿਹੜੀ ਸਾਨੂੰ ਮਦਦ ਮਿਲੀ ਹੈਗਾ, ਸਾਨੂੰ ਆਹ ਇਹ ਫਰਨੀਚਰ ਵਗੈਰਾ ਦੀ ਹੋਰ ਹੈਗੀ ਆ, ਇਹ ਸਾਨੂੰ ਅਸੀਂ ਪੈਸਾ ਆਪ ਕਲੈਕਟ ਕਰਦੇ ਆ। ਕੋਈ ਸਾਡੇ ਭਾਈਚਾਰਾ ਸੀ ਉਹ ਕੱਟ ਕਰਦੇ ਆ, ਕੋਈ ਸਾਨੂੰ NRI ਵੀ ਸਾਡੇ ਵੀਰ ਹੈਗਾ ਉਹ ਵੀ ਸਾਨੂੰ ਪੈਸਾ ਭੇਜਦੇ ਆ, ਉਹਦੇ ਬਦੌਲਤ ਕਰਦੇ ਆ ਅਸੀਂ ਇਹ। ਹੁਣ ਕੀ ਹੋਇਆ ਜੀ? ਹੁਣ ਪਿਛਲੇ ਸਮੇਂ ਤੋਂ ਜਦ ਤੋਂ ਤਕਰੀਬਨ 1.5 ਸਾਲ ਤੋਂ ਅਸੀਂ ਇਹ ਮਹਿਸੂਸ ਤਾਂ ਸਾਨੂੰ ਡਾਇਰੈਕਟਲੀ ਅਨਡਾਇਰੈਕਟਲੀ ਤੌਰ ਤੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਦੇਖੋ ਜੀ, ਅਸੀਂ ਆਹ ਭਵਨ ਹੈਗਾ ਉਹ ਬੰਦ ਕਰ ਦਾਂਗੇ, ਨਵੀਂ ਕਮੇਟੀ ਆ ਜਾਣੀ ਆ ਇੱਥੇ, ਆਹ ਤੁਹਾਡਾ ਪਰਚਾ ਦਰਜ ਹੋਏਗਾ ਜੀ, ਇਸ ਤਰ੍ਹਾਂ ਸਾਨੂੰ ਧਮਕੀਆਂ ਮਿਲੀਆਂ। ਫਿਰ ਸਾਡੇ ਕੋਲ ਨਵੀਂ ਗੱਲ ਆਈ ਆ, ਸਾਨੂੰ ਆਹ 2-3 ਮਹੀਨੇ ਹੋ ਗਏ, ਇੱਕ ਵਿਜੀਲੈਂਸ ਇਨਕੁਆਇਰੀ ਸਾਡੇ ਕੋਲ ਆ ਗਈ ਆ। ਨੋ ਪ੍ਰੋਬਲਮ, ਇਹ ਅਸੀਂ ਸਾਡਾ ਸੰਸਥਾ ਦਾ ਰਿਕਾਰਡ ਆ, ਉਹਦੇ ਵਾਸਤੇ ਅਸੀਂ ਜ਼ਿੰਮੇਵਾਰ ਹਾਂ, ਅਸੀਂ ਤਾਂ ਜਵਾਬ ਦੇਵਾਂਗੇ, ਕਿਉਂਕਿ ਸੰਸਥਾ ਹੈਗਾ